ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਭਉ ਜਲ ਬਿਖਵੇਂ ਸਗਾਹੁ ਗੁਰ ਬੋਹਿਥੈ ਤਾਰਿਆਮ। ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ। ਮੇਲ ਲਿਹੁ ਦਇਆਲ ਢਹਿ ਪਏ ਦੁਆਰਿਆ। ਰਖ ਲੇ ਬਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ ਹਰ ਭਗਤ ਉਧਾਰਿਆ। ਤੁਝ ਬਿਨ ਨਾਹੀ ਕੋਇ ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ ਸਾਗਰ ਸੰਸਾਰਿਆ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ। ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਸੱਜਣ ਸੱਚਾ ਪਾਤਸ਼ਾਹੁ ਸਿਰ ਸਾਹਾਂ ਦੇ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਖਤ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਹਫ਼ਤਾਵਾਰ ਸਮਾਗਮ ਵਿੱਚ ਸ਼ਮੂਲੀਅਤ ਕਰਦੀ ਸਮੂਹ ਸੰਗਤ ਸਤਿਗੁਰੂ ਜੀ ਦੀ ਅਮਿਤ ਮਿਹਰ ਕਿਰਪਾ ਹੈ, ਬਖਸ਼ਿਸ਼ ਹੈ, ਜਿਸ ਦਾ ਸਦਕਾ ਹਫ਼ਤਾਵਾਰੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਕੁਝ ਪਲਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ। ਵਡਭਾਗੀ ਗੁਰਮੁਖ ਅੰਮ੍ਰਿਤ ਵੇਲੇ ਤੋਂ ਜੁੜੇ ਹੈ, ਜਿੱਥੇ ਗੁਰਬਾਣੀ ਦੇ ਪ੍ਰਵਾਹ, ਪਾਠ ਦੇ ਪ੍ਰਵਾਹ, ਗੁਰਬਾਣੀ ਕੀਰਤਨ, ਗੁਰੂ ਕਾ ਜਸ ਆਪ ਜੀ ਨੇ ਮਹਾਨ ਗੁਰੂ ਕੇ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਆਂ ਦੀ ਪਾਵਨ ਰਚਨਾ ਤੋਂ ਸ਼ਰਵਣ ਕੀਤਾ ਤੇ ਹੁਣ ਸਮਾਂ ਹੈ ਸ਼ਬਦ ਵਿਚਾਰ ਦਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਡਿਠੇ ਮੁਕਤ ਨਾ ਹੋਵੇ ਜਿਚਿਰ ਸ਼ਬਦ ਨਾ ਕਰੇ ਵਿਚਾਰ। ਗੁਰੂ ਕੇ ਦਰਸ਼ਨ ਸਭ ਕੋਈ ਹੀ ਕਰਦਾ ਹੈ,
ਲੇਕਿਨ ਕੇਵਲ ਦਰਸ਼ਨ ਕਰਨ ਦੇ ਨਾਲ ਛੁਟਕਾਰਾ ਨਹੀਂ ਹੁੰਦਾ, ਮੁਕਤ ਨਹੀਂ ਹੋ ਜਾਈਦਾ। ਮੁਕਤ ਸੰਸਾਰ ਤੋਂ ਛੁੱਟਿਆ ਤਾਂ ਜਾਂਦਾ ਹੈ ਜੇ ਗੁਰ ਸ਼ਬਦ ਦੀ ਵਿਚਾਰ ਵਿੱਚ ਜੁੜ ਜਾਈਏ। ਗੁਰੂ ਸ਼ਬਦ ਦੀ ਵਿਚਾਰ ਦੁਆਰਾ ਹੀ ਜੀਵਨ ਦੀ, ਜ਼ਿੰਦਗੀ ਦੀ ਸਫਲਤਾ ਕਿਵੇਂ ਹੁੰਦੀ ਹੈ, ਗਿਆਨ ਹੁੰਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਲ ਵਿੱਚ 12 ਮਹੀਨੇ ਹੁੰਦੇ ਹੈ ਤੇ ਉਹ 12 ਮਹੀਨਿਆਂ ਦੁਆਰਾ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਜੋ ਸਾਡੇ ਦੇਸੀ ਮਹੀਨੇ ਹਨ, ਅੱਜ 8ਵੇਂ ਮਹੀਨੇ ਦੀ ਸ਼ੁਰੂਆਤ ਹੈ। ਜਿਹਨੂੰ ਅਸੀਂ ਠੇਠ ਭਾਸ਼ਾ 'ਚ ਕੱਤੇ ਦਾ ਮਹੀਨਾ ਕਹਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਸ ਨੂੰ ਕਾਤਕ ਸ਼ਬਦ ਵਰਤੇ ਤੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਵੀ ਇਸ ਮਹੀਨੇ ਦੇ ਨਾਮ ਨੂੰ ਕਾਤਕ ਸ਼ਬਦ ਵਰਤਿਆ। ਕਾਤਕ ਸ਼ਬਦ ਦੀ ਪਰਿਭਾਸ਼ਾ ਕੱਤਣ ਤੋਂ ਹੈ। ਕੱਤਣਾ ਅੱਗੇ ਸ਼ੁਰੂਆਤ ਕਰਨੀ, ਕੱਪੜੇ ਦੀ ਸ਼ੁਰੂਆਤ ਕੱਤਣ ਤੋਂ ਹੁੰਦੀ ਹੈ। ਇਸੇ ਤਰ੍ਹਾਂ ਹੀ ਇਸ ਕਰਕੇ ਹੀ ਇਸ ਦਾ ਨਾਮ ਕਾਤਕ ਰੱਖਿਆ। 12 ਮਾਹੇ ਸਾਰੀ ਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਅਲੰਕਾਰ ਵਰਤੇ ਹੈ, ਜਿਹਨੂੰ ਰੂਪਕ ਕਹਿੰਦੇ ਹਨ। ਅਤੇ ਇੱਥੇ ਰੂਪਕ ਦਾ ਭਾਵ ਹੈ ਜੀਵ ਨੂੰ ਇਸਤਰੀ ਕਿਹਾ, ਵਾਹਿਗੁਰੂ ਨੂੰ ਪਤੀ ਕਿਹਾ। ਅਸੀਂ ਜਿਤਨੇ ਇਤਰ ਜੀਵ ਹਾਂ, ਸਾਰੇ ਹੀ ਸੰਸਾਰ ਦੇ ਅੰਦਰ ਪੁਰਸ਼ ਦੇਖਣ ਦੇ ਵਿੱਚ ਤੇ ਏਕੈ ਕਾਨ ਏਕੈ ਬਾਨ ਹੈ। ਸਭ ਦੇ ਕੰਨ ਲੱਗੇ, ਸਭ ਦੇ ਨੱਕ ਲੱਗੇ, ਸਭ ਦੀਆਂ ਅੱਖਾਂ ਲੱਗੀਆਂ, ਸਭ ਦੇ ਜੀਭ ਲੱਗੀ ਹੈ। ਸਭ ਪੈਰਾਂ ਨਾਲ ਤੁਰਦੇ ਫਿਰਦੇ ਨੇ, ਹੱਥਾਂ ਨਾਲ ਕੰਮ ਕਰਦੇ ਨੇ। ਲੇਕਿਨ ਉਹ ਸਭ ਦਾ ਜਿਹੜਾ ਦੁੱਖ ਸੁੱਖ ਦਾ ਭੋਗਣਾ ਹੈ ਉਹ ਵੱਖਰਾ ਵੱਖਰਾ ਹੈ। ਕਿਉਂਕਿ ਜਿਹੋ ਜਿਹਾ ਜੈਸਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਜਿਹੋ ਜਿਹੇ ਅਸੀਂ ਬੀਜਦੇ ਹਾਂ ਉਹੋ ਜਿਹੇ ਅਸੀਂ ਵੱਢਦੇ ਹਾਂ। ਜੈਸਾ ਪੁਰਬ ਕਿਨੇ ਬੋਇਆ, ਜਿਹੋ ਜਿਹੇ ਪਹਿਲਾਂ ਕਿਸੇ ਨੇ ਬੀਜ ਬੀਜੇ ਤੇ ਉਹੇ ਜਿਹਾ ਹੀ ਉਸ ਨੂੰ ਫਲ ਉਸ ਦਾ ਪ੍ਰਾਪਤ ਹੋਣਾ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਹੰਡੇ ਉੱਨ ਕਤਾਇਂਦਾ, ਪੈਂਦਾ ਲੋੜੇ ਪੱਟ। ਜੇ ਕੋਈ ਕਹੇ ਕਿੱਕਰ ਦਾ ਬੀਜ ਬੀਜ ਕੇ ਬਜੌਰ ਦੇਸ਼ ਦੀਆਂ ਦਾਖਾਂ ਮਿਲ ਜਾਣ, ਨਹੀਂ ਮਿਲਣੀਆਂ, ਨਾਮੁਮਕਿਨ ਹੈ, ਕਦੇ ਨਹੀਂ ਮਿਲਣਗੀਆਂ। ਕਿੱਕਰ ਦੇ ਬੀਜ ਬੀਜ ਕੇ ਸੂਲਾਂ ਹੀ ਹਰੀਆਂ ਹੋਣਗੀਆਂ। ਦੁੱਖ ਹੀ ਖੜਾ ਹੋਵੇਗਾ, ਸੁੱਖ ਨਹੀਂ ਹੋਏਗਾ। ਤਾਤੇ ਜਿਹੋ ਜਿਹਾ ਬੀਜ ਬੀਜਣਾ ਉਸ ਜਿਹਾ ਅਸੀਂ ਇਹਨੇ ਵੱਢਣਾ ਹੈ, ਉਹ ਜਿਹਾ ਉਹਦਾ ਫਲ ਪ੍ਰਾਪਤ ਕਰਨਾ।
12 ਮਾਹੇ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਭੂਮਿਕਾ ਦੇ ਵਿੱਚ ਹੀ ਇਹ ਸਾਨੂੰ ਉਪਦੇਸ਼ ਕੀਤਾ ਹੈ ਕਿ ਜਦ ਵੀ ਸ਼ੁਰੂਆਤ ਕਰਨੀ ਹੈ ਇਹ ਬਾਣੀ, ਤੇ ਇਹਦੇ ਵਿੱਚ ਸਤਿਗੁਰੂ ਜੀ ਨੇ ਆਰੰਭ ਤੋਂ ਹੀ ਸਾਨੂੰ ਉਪਦੇਸ਼ ਕੀਤਾ ਹੈ। ਪਹਿਲਾਂ ਸਤਿਗੁਰੂ ਜੀ ਨੇ ਇਹ ਪੰਕਤੀ ਲਿਖੀ ਹੈ ਕਿ ਹੇ ਵਾਹਿਗੁਰੂ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲ ਲਹੁ ਰਾਮ। ਵਾਹਿਗੁਰੂ, ਤੇਰੇ ਤੋਂ ਅਸੀਂ ਵਿਛੜ ਗਏ। ਵਿਛੜੇ ਕਿਉਂ? ਜਿਹੇ ਜਿਹੇ ਅਸੀਂ ਕਿਰਤ ਕੰਮ ਕੀਤਾ, ਉਹੇ ਜਿਹੇ ਜਿਹੇ ਅਸੀਂ ਕਰਮ ਕੀਤੇ, ਉਹਨਾਂ ਕਰਕੇ ਅਸੀਂ ਤੇਰੇ ਤੋਂ ਵਿਛੜ ਗਏ। ਉਹਨਾਂ ਕਰਮਾਂ ਦਾ ਫਲ ਭੋਗਣ ਵਾਸਤੇ ਸਾਨੂੰ ਆ ਸੰਸਾਰ ਤੇ ਆਉਣਾ ਪਿਆ। ਸੰਸਾਰ ਦੇ ਵਿੱਚ ਸਭ ਤੋਂ ਪਹਿਲੇ ਇਸ ਜੀਵ ਦੇ ਮਿੱਤਰ ਮਾਂ ਤੇ ਬਾਪ ਨੇ। ਉਸ ਤੋਂ ਅੱਗੇ ਚੱਲ ਕੇ ਫਿਰ ਭੈਣ ਤੇ ਭਰਾ ਹੋਇਆ ਕਰਦੇ ਨੇ, ਤੇ ਉਸ ਤੋਂ ਅੱਗੇ ਚੱਲ ਕੇ ਫਿਰ ਪੁਰਸ਼ ਇਸਤਰੀ ਦਾ ਸੰਬੰਧ ਬਣਦਾ ਹੈ। ਇਹ ਦੋਵਾਂ ਦਾ ਨੇੜਲਾ ਰਿਸ਼ਤਾ ਬਣ ਜਾਂਦਾ ਹੈ। ਫਿਰ ਅੱਗੇ ਜਾ ਕੇ ਪੁੱਤਰ ਧੀਆਂ ਦਾ ਰਿਸ਼ਤਾ ਬਣਦਾ ਹੈ। ਉਹਨਾਂ ਦੇ ਨਾਲ ਅੱਗੇ ਸਾਕ ਸੰਬੰਧੀ ਹੋਰ ਰਿਸ਼ਤੇ ਜੁੜਦੇ ਹਨ। ਤੇ ਪਰ ਮਾਤਾ ਪਿਤਾ, ਭੈਣ ਭਰਾ, ਪੁਰਸ਼ ਇਸਤਰੀ ਆਪਸੀ ਸੰਬੰਧ ਤੇ ਪੁੱਤਰ ਧੀਆਂ ਆਦਿਕ, ਇਹ ਜਿਤਨੇ ਵੀ ਹਨ पूर्व जन्म के मिले संजोगी, अंत है को ना सहाई। पूर्वले कर्म दे जैसे संजोग सन साडे, उन्हें करके ये सानू प्राप्त होए, पर अंत नू ना माता पिता ने सहायक होना, ना पुत्र धीआं ने सहायक होना, ना अर्धांगी ने सहायक होना। ਕਿਸੇ ਰਿਸ਼ਤੇਦਾਰ ਸੰਬੰਧੀ ਨੇ ਵੀ ਸਹਾਇਕ ਨਹੀਂ ਹੋਣਾ। ਸਹਾਇਕ ਕੌਣ ਹੋਵੇਗਾ? ਇੱਕ ਜ਼ਰੂਰ ਸਹਾਇਕ ਹੋਣਗੇ, ਉਹ ਸਾਡੇ ਕਰਮ। ਉਹ ਜਿਹੋ ਜਿਹੇ ਮਨੁੱਖ ਕਰੇਗਾ ਉਹੇ ਜੀ ਉਹ ਸਹਾਇਤਾ ਜ਼ਰੂਰ ਕਰਨਗੇ, ਪੱਕੀ ਕਰਨਗੇ। ਇਹ ਨਹੀਂ ਸਾਥ ਛੱਡਦੇ। ਇੱਥੋਂ ਤੱਕ ਕਿ ਇਸ ਜਨਮ ਦਾ ਸਾਥ ਤੇ ਉੱਥੇ ਤੱਕ ਪਹੁੰਚਾ ਕੇ ਹੀ ਨਹੀਂ ਛੱਡ ਦਿੰਦੇ, ਅਗਾਂਹ ਵਾਲੇ ਜਨਮਾਂ 'ਚ ਵੀ ਨਾਲ ਹੀ ਜਾਂਦੇ ਆ। ਬੁਰੇ ਕਰਮ ਕੀਤੇ ਉਹ ਜਿਹਾ ਵੀ ਉਹਦਾ ਫਿਰ ਉਹ ਕਰਮ ਅਗਾਂਹ ਵੀ ਫਲ ਭੁਗਤਾਉਂਦੇ ਆ। ਚੱਲ ਹੁਣ ਅਗਲੀ 'ਚ ਫਿਰ ਉੱਥੇ ਉਹ ਜਿਹਾ ਦੁੱਖ ਸੁੱਖ ਉਹਦਾ ਭੁਗਤਾਉਂਦੇ ਆ। ਤੇ ਜੇ ਵੀ ਕੋਈ ਸ਼ੁਭ ਕਰਮ ਕੀਤਾ, ਪਵਿੱਤਰ ਕਰਮ ਕੀਤਾ, ਚੰਗਾ ਕਰਮ ਕੀਤਾ, ਤੇ ਉਹ ਵੀ ਉਹ ਜਿਹਾ ਉਸ ਨੂੰ ਸੁੱਖ ਪਹੁੰਚਾਉਂਦੇ ਹੈ। ਜਿਹੇ ਜਿਹਾ ਵੀ ਕੋਈ ਜੀਵ ਇਹ ਕਰਮ ਕਰਦਾ ਹੈ, ਉਹ ਜਿਹਾ ਉਹਦਾ ਸੁੱਖ ਅਤੇ ਦੁੱਖ ਨੂੰ ਭੋਗਦਾ ਹੈ। ਪੁੰਨ ਕਰਮ ਕੀਤੇ, ਪੁੰਨ ਦਾ ਅਰਥ ਸਿੱਧਾ ਪਵਿੱਤਰ ਹੈ। ਪੁੰਨ ਕਰਮ, ਪਵਿੱਤਰ ਕਰਮ ਜੋ ਕੀਤੇ ਤੇ ਉਹਨਾਂ ਦਾ ਫਲ ਸੁਖ ਹੈ। ਜਿਹੜੇ ਨਿਖੇਧ ਕਰਮ ਕੋ ਕਰਮ, ਬੁਰੇ ਕਰਮ ਕੀਤੇ, ਉਹਨਾਂ ਦਾ ਫਲ ਦੁੱਖ ਹੋਇਆ ਕਰਦਾ ਹੈ। ਸਤਿਗੁਰੂ ਜੀ ਅੱਜ ਦਾ ਇਹ ਵਿਸ਼ੇਸ਼ ਸ੍ਰੀ ਮੁਖਵਾਕ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ, ਜੋ ਸਤਿਗੁਰੂ ਜੀ ਨੇ 12 ਮਾਹੇ ਵਿੱਚ 12 ਵਿਸ਼ੇਸ਼ ਸ੍ਰੀ ਮੁਖਵਾਕ ਉਚਾਰਨ ਕੀਤੇ ਨੇ 12 ਮਹੀਨਿਆਂ ਵਾਸਤੇ। ਸ੍ਰੀ ਹਰਿਮੰਦਰ ਸਾਹਿਬ ਤੋਂ ਜਿਸ ਦਿਨ ਸੰਗਰਾਂਦ ਹੁੰਦੀ ਹੈ, ਜਿਹੜਾ ਮਹੀਨਾ ਸ਼ੁਰੂਆਤ ਹੁੰਦਾ ਹੈ, ਉਸ ਮਹੀਨੇ ਦਾ ਵਿਸ਼ੇਸ਼ ਤੌਰ ਤੇ ਸ੍ਰੀ ਮੁਖਵਾਕ ਪੜ੍ਹਿਆ ਜਾਂਦਾ ਹੈ। ਅੱਜ ਦਾ ਵਿਸ਼ੇਸ਼ ਸ੍ਰੀ ਮੁਖਵਾਕ ਜੋ ਕੱਤਕ ਦੇ ਮਹੀਨੇ ਦੁਆਰਾ
ਸਤਿਗੁਰੂ ਜੀ ਨੇ ਸਰਬ ਸੰਗਤਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਇਹ ਗੁਰੂ ਨਾਨਕ ਦੇ ਘਰ ਦਾ ਮਤ ਹੈ। ਸਤਿਗੁਰੂ ਜੀ ਨੇ ਸਭ ਨੂੰ ਸਾਂਝਾ ਉਪਦੇਸ਼ ਕੀਤਾ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚਹੁ ਵਰਨਾ ਕਉ ਸਾਂਝਾ। ਇਹ ਨਹੀਂ ਕਿ ਇੱਥੇ ਬ੍ਰਾਹਮਣ ਦਾ ਹੋਰ ਉਪਦੇਸ਼ ਹੈ, ਛਤਰੀ ਨੂੰ ਕੁਛ ਹੋਰ ਹੈ। ਹਾਂ, ਬ੍ਰਾਹਮਣ ਨੇ ਆਪਣਾ ਕਰਮ ਕੀ ਨਿਭਾਉਣਾ ਹੈ, ਛਤਰੀ ਨੇ ਕੀ ਧਰਮ ਨਿਭਾਉਣਾ ਹੈ, ਵੈਸ਼ ਦਾ ਆਪਣਾ ਧਰਮ ਕੀ ਹੈ ਕਰਮ, ਅਤੇ ਸ਼ੂਦਰ ਦਾ ਕਰਮ ਕੀ ਹੈ। ਉਹ ਕਰਮਾਂ ਵਾਸਤੇ ਤੇ ਵੱਖ ਵੱਖ ਦਿੱਤੇ ਨੇ ਵੀ ਇਹ ਆਪਣਾ ਆ ਕਰਮ ਧਰਮ ਕਰਕੇ ਨਿਭਾਵੇ। ਪਰ ਉਪਦੇਸ਼ ਜੋ ਵਾਹਿਗੁਰੂ ਦੇ ਚਿੰਤਨ ਦਾ ਹੈ ਉਹ ਸਭ ਨੂੰ ਇੱਕ ਹੈ, ਸਾਂਝਾ ਹੈ। ਇੱਥੇ ਸਤਿਗੁਰੂ ਜੀ ਨੇ ਕਿਤੇ ਇਹ ਬੰਦਸ਼ ਨਹੀਂ ਲਾਈ ਕਿ ਇਹ ਕੇਵਲ ਸਿੱਖਾਂ ਵਾਸਤੇ ਹੈ। ਇਹ ਬੰਦਸ਼ ਨਹੀਂ ਲਾਈ ਕਿ ਇਹ ਕਿਸੇ ਹਿੰਦੂ ਵਾਸਤੇ ਹੈ, ਸਨਾਤਨ ਮਤੀ ਵਾਸਤੇ ਹੈ। ਇਹ ਬੰਦਸ਼ ਨਹੀਂ ਲਾਈ ਇਹ ਇਸਲਾਮੀ ਵਾਸਤੇ ਦਿੰਦੇ ਆ, ਨਹੀਂ, ਕਿਸੇ ਨੂੰ ਸਭ ਨੂੰ ਸਾਂਝਾ ਹੈ। ਜੋ ਸ਼ਬਦ ਵਿੱਚ ਸਤਿਗੁਰੂ ਜੀ ਉਪਦੇਸ਼ ਵਰਤਦੇ ਨੇ ਇਹ ਸਾਰੇ ਹੀ ਇਸ ਨੂੰ ਧਾਰਨ ਕਰ ਸਕਦੇ ਨੇ, ਸਭ ਨੂੰ ਹੀ ਲਾਹਾ ਦਿੰਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਜੋ ਪਾਵਨ ਪਵਿੱਤਰ ਬਖਸ਼ਿਸ਼ ਕਰਦੇ ਨੇ, ਆਓ ਮਨ ਵਿਰਤੀਆਂ ਗੁਰ ਚਰਨਾਂ ਵਿਖੇ ਜੋੜ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੋੜੀਏ। ਇੱਕ ਵਾਰ ਮੁਖ ਤੇ ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ। ਵਾਹਿਗੁਰੂ ਸਾਹਿਬ ਜੀਓ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਜੀ ਇਹ 12 ਮਾਹਿਆਂ ਦੀ 9ਵੀਂ ਪੌੜੀ ਹੈ। ਵੈਸੇ ਮਹੀਨਾ 8ਵਾਂ ਹੈ, 12 ਮਾਹੇ ਦੀ 9ਵੀਂ ਪੌੜੀ ਹੈ, ਕਿਉਂਕਿ ਪਹਿਲੀ ਪੌੜੀ ਜਿਹੜੀ 12 ਮਾਹੇ ਦੀ ਹੈ ਇਸ ਦੀ ਬਾਝ ਦੀ ਉਹ ਮੰਗਲ ਸਰੂਪ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ 12 ਮਾਹ ਤੁਖਾਰੀ ਛੰਤਾਂ ਵਿੱਚ ਰਚਨਾ ਕੀਤੀ, ਉਸ ਦੇ ਵਿੱਚ ਕਾਤਕ ਦਾ ਮਹੀਨੇ ਦੀ 14ਵੀਂ ਪੌੜੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹਿਆਂ ਦੇ ਵਿੱਚ 4 ਮੰਗਲ ਦੀਆਂ ਪੌੜੀਆਂ ਕੀਤੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਬਾਣੀ ਦੇ ਸ਼ੁਰੂਆਤ ਵਿੱਚ ਮੰਗਲ ਦੀ ਪਹਿਲੀ ਪੌੜੀ ਅਤੇ ਅਖੀਰਲੀ ਪੌੜੀ ਮੰਗਲ ਸਰੂਪ ਉਚਾਰਨ ਕੀਤੀ ਹੈ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਕਿ ਭਾਈ ਕਾਤਿਕ ਕਰਮ ਕਮਾਵਣੇ। ਕਰਮ ਦਾ ਕਮਾਵਣ ਦਾ ਭਾਵ ਹੈ ਉਹਦਾ ਫਲ ਪ੍ਰਾਪਤ ਕਰਨਾ। ਕਾਤਿਕ ਦੇ ਮਹੀਨੇ ਦੁਆਰਾ ਉਪਦੇਸ਼ ਹੈ ਕਿ ਭਾਈ ਜਿਹੋ ਜਿਹੇ ਕਰਮ ਕਰੇਗਾ ਉਹੇ ਜਿਹਾ ਤੈਨੂੰ ਫਲ ਉਸ ਦਾ ਪ੍ਰਾਪਤ ਹੋ ਜਾਏਗਾ। ਇਹ ਮੂਲ ਸਰੂਪ ਹੈ 12 ਮਾਹ ਦੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਉਹਦੇ ਵਿੱਚ ਸਤਿਗੁਰੂ ਜੀ ਨੇ ਪਹਿਲੀ ਪੰਕਤੀ ਇਸ ਮਹੀਨੇ ਦੀ ਉਚਾਰਨ ਕੀਤੀ ਹੈ, ਕਾਤਿਕ ਕਿਰਤ ਪਿਆ ਜੋ ਪ੍ਰਭ ਪਾਇਆ। ਉੱਥੇ ਕਰਮ ਦਾ ਕਿਰਤ ਸ਼ਬਦ ਵਰਤੇ ਸਤਿਗੁਰੂ ਜੀ ਨੇ ਕਈਏ ਲੇਖ। ਕਰਮ ਜੋ ਅਸੀਂ ਕਰਦੇ ਹਾਂ ਉਹ ਸਾਡਾ ਲੇਖ ਬਣ ਜਾਂਦਾ ਹੈ, ਜੋ ਕਰਦੇ ਹਾਂ ਉਹ ਲਿਖਿਆ ਜਾਂਦਾ ਹੈ। ਕਾਤਿਕ ਕਿਰਤ ਪਿਆ ਜੋ ਪ੍ਰਭ ਪਾਇਆ, ਜੋ ਵਾਹਿਗੁਰੂ ਨੂੰ ਭਾਗਿਆ ਵੀ ਇਹਨੇ ਆਹ ਕਰਮ ਕੀਤੇ ਹੋਏ ਜਿਹਾ ਲੇਖ ਲਿਖ ਦਿੱਤਾ, ਜਿਹੜਾ ਉਹਨੂੰ ਪਾਇਆ ਉਹ ਲਿਖ ਦਿੱਤਾ ਉਸਨੇ, ਉਹ ਸਾਡਾ ਲੇਖ ਬਣ ਗਿਆ। ਇੱਥੇ ਕਾਤਿਕ ਕਰਮ ਕਮਾਵਣੇ ਸ਼ਬਦ ਵਰਤਿਆ, ਉਸੇ ਦਾ ਹੀ ਵਿਆਖਿਆ ਹੈ 12 ਮਾਹ ਤੁਖਾਰੀ ਦੀ। ਕਾਤਿਕ ਕਿਰਤ ਪਿਆ,
ਕਾਤਕ ਕਰਮ ਕਮਾਵਣੇ। ਕੱਤੇ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਦੇ ਨੇ। ਜਿਹੋ ਜੇ ਅਸੀਂ ਭਾਈ ਕਰਮ ਕੀਤੇ ਉਹਨੂੰ ਕਮਾ ਰਹੇ ਹਾਂ, ਹੁਣ ਇੱਥੇ ਉਹਦਾ ਫਲ ਸਰੂਪ ਭੁਗਤ ਰਹੇ ਹਾਂ। ਆ ਕੇ ਜਿਹੋ ਜਿਹਾ ਕਰਮ ਕੀਤਾ ਨਾ ਉਹ ਜਿਹਾ ਹੀ ਫਲ ਭੁਗਤਣਾ ਹੁੰਦਾ ਹੈ, ਸੁਖ ਤੇ ਦੁੱਖ। ਦੋਸ਼ ਨਾ ਕਾਹੂ ਜੋਗ, ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹੇ ਜਿਹਾ ਮੈਂ ਕਰਮ ਕੀਤਾ ਉਹ ਜਿਹਾ ਪਾ ਲਿਆ। ਕਿਸੇ ਹੋਰ ਨੂੰ ਦੋਸ਼ ਦੇਵਾਂ ਕਾਹਦਾ ਬਈ? ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਹੈ, ਇਹ ਮੇਰਾ ਕੀਤੇ ਦਾ ਆਪਣਾ ਹੀ ਹੈ। ਕਾਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਭਾਈ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਤੇ ਭੁੱਲਿਆ, ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਹੀ ਤੇ ਵਿਆਪਨ ਸਭੇ ਰੋਗ, ਸਾਰੇ ਹੀ ਰੋਗ ਦੁੱਖ ਵਿਆਪਨ ਕਈਏ ਲੱਗਦੇ ਹਨ। ਜਿਹੜਾ ਆ ਦੁੱਖ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ। ਜਿਨ੍ਹਾਂ ਨੂੰ ਯਾਦ ਹੁੰਦਾ ਵਿਛੋੜੇ ਦਾ ਦੁੱਖ ਉਹਨਾਂ ਨੂੰ ਪਤਾ ਹੁੰਦਾ, ਲੇਕਿਨ ਜਿਹਨੂੰ ਇਹ ਯਾਦ ਹੀ ਨਹੀਂ ਹੈ ਉਹਨੂੰ ਕੋਈ ਦੁੱਖ ਵਿਛੋੜੇ ਦਾ ਹੁੰਦਾ ਹੀ ਨਹੀਂ ਹੈ। ਜਿਨ੍ਹਾਂ ਨੇ ਜਾਣਿਆ ਹੈ ਕਿ ਸੁਖ ਸਰੂਪ ਤਾਂ ਵਾਹਿਗੁਰੂ ਹੈ। ਰੁੱਖ ਦੇ ਨਾਲ ਪੱਤੇ ਲੱਗੇ ਹੋਏ ਹਰਿਆਵਲਤਾ ਸਹਿਤ ਬੜਾ ਹੀ ਸੁਖ ਵੀ ਦਿੰਦੇ ਨੇ, ਬੜਾ ਰੁੱਖ ਦੀ ਸ਼ੋਭਾ ਵੀ ਵਧਾਉਂਦੇ ਨੇ। ਲੇਕਿਨ ਰੁੱਖ ਨਾਲੋਂ ਤਰਵਰ ਵਿਛੁੰਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਅਕੇਲੀ। ਰੁੱਖ ਰੂਪ ਵਾਹਿਗੁਰੂ ਹੈ, ਉਸ ਦੇ ਨਾਲੋਂ ਪੱਤੇ ਰੂਪ ਅਸੀਂ ਜੀਵ ਹਾਂ ਤੇ ਜੁੜਨਾ ਬੜਾ ਔਖਾ ਹੈ। ਹਾਂ, ਜੋੜੇਗਾ ਕੌਣ? ਇੱਕੋ ਹੀ ਹੈ ਜੋ ਜੋੜਨ ਵਾਲਾ ਹੈ, ਉਹ ਗੁਰੂ ਹੈ। ਗੁਰੂ ਤੋਂ ਬਿਨਾਂ ਸਾਨੂੰ ਉਹ ਮੁੱਢ ਰੂਪ ਸਾਡਾ ਜਿਹੜਾ ਵਾਹਿਗੁਰੂ ਹੈ ਉਹਦੇ ਨਾਲ ਜੋੜਨ ਵਾਲਾ ਨਹੀਂ ਕੋਈ ਦੁਨੀਆ ਤੇ ਜੰਮਿਆ। ਗੁਰੂ ਹੀ ਉਸ ਵਾਹਿਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਜੋੜਦਾ ਹੈ। ਗੁਰੂ ਹੀ ਦੱਸਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਐ ਜੀਵ ਤੂੰ ਹੀ ਉਸ ਜੋਤੀ ਸਰੂਪ ਵਾਹਿਗੁਰੂ ਦਾ ਰੂਪ ਹੈ। ਆਪਣੇ ਮੁੱਢ ਨੂੰ ਪਹਿਚਾਨਣਾ ਕਰ, ਤੇਰਾ ਮੁੱਢ ਉਹ ਹੈ, ਉਹਦੇ ਨਾਲ ਜੁੜ। ਉਸ ਪਰਮੇਸ਼ਰ ਨਾਲ ਸਤਿਗੁਰੂ ਜੀ ਨੇ ਜੋੜਨ ਵਾਸਤੇ ਸਿੱਖ ਨੂੰ ਸਤਿਗੁਰੂ ਜੀ ਨੇ 10 ਜਾਮੇ ਧਾਰਨ ਕੀਤੇ। ਫਿਰ 10 ਜਾਮਿਆਂ ਦੇ ਵਿੱਚ ਜੋ ਪਾਵਨ ਪਵਿੱਤਰ ਉਪਦੇਸ਼ ਸਿੱਖ ਨੂੰ ਬਖਸ਼ ਦਿੱਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਕੇ ਸਾਨੂੰ ਗੁਰੂ ਬਖਸ਼ ਦਿੱਤਾ। ਸਿੱਖ ਗੁਰੂ ਦਾ ਆਦੇਸ਼ ਲੈ ਕੇ ਉਸ ਵਾਹਿਗੁਰੂ ਦੇ ਨਾਲ ਜੁੜ ਸਕਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਅਸੀਂ ਉਸ ਨੂੰ ਭੁੱਲ ਗਏ ਤੇ ਸਾਰੇ ਰੋਗ, ਸਰੀਰਕ ਰੋਗ ਵੀ ਲੱਗਦੇ ਨੇ ਤੇ ਰੋਗ ਹੋਣ ਦਾ ਵੀ ਤਾਂ ਹੀ ਲੱਗਿਆ। ਹੋਂ ਉਦੋਂ ਹੀ ਹੁੰਦੀ ਹੈ ਜਦੋਂ ਰੱਬ ਨੂੰ ਭੁੱਲ ਜਾਂਦੇ ਹਾਂ। ਰੱਬ ਨੂੰ ਭੁੱਲ ਕੇ ਹੋਂ ਵਿੱਚ ਜਾ ਫਸਦੇ ਹਾਂ। ਹੋਂ ਵਿੱਚ ਫਸੇ ਹੋਏ ਤੇ ਫਿਰ ਤੇ ਪਤਾ ਨਹੀਂ ਕਿੰਨੇ ਕੁ ਜਨਮ ਬਤੀਤ ਹੁੰਦੇ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਸਭ ਕੁਝ ਹੋਂ ਦੇ ਵਿੱਚ ਹੀ ਚੱਲੀ ਜਾ ਰਿਹਾ ਹੈ। ਤੇ ਹਾਂ, ਤੇ ਜੇ ਕੋਈ ਇਸ ਤੋਂ ਬਚ ਜਾਏ ਉਹ ਗੁਰੂ ਸ਼ਬਦ ਹੀ ਬਚਾਉਣ ਵਾਲਾ ਹੈ।
ਨਹੀਂ ਤੇ ਭਾਈ ਹਉਮੈ ਦੇ ਰੋਗ ਤੋਂ ਲੈ ਕੇ ਸਾਰੇ ਹੀ ਰੋਗ ਵਿਆਪਦੇ ਨੇ, ਕਈਏ ਲੱਗਦੇ ਹਨ। ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ। ਵੇਮੁਖ ਹੋਏ RAM ਤੇ ਰਵੇਂ ਹੋਏ ਵਾਹਿਗੁਰੂ, ਜੋ ਰਮੰਤੀ RAM ਹੈ ਰਵਣ ਰੂਪ ਤੇ RAM ਕਹਾਇਓ। ਤੇ ਕਈ ਵਾਰ ਸਾਡੇ ਵਿੱਚ ਵੀ ਇਹੋ ਜਿਹੀ ਕਈਆਂ ਦੇ ਹੁੰਦੇ ਨੇ ਸੁਭਾਅ। ਇੱਕ ਸੁਭਾਅ ਹੁੰਦਾ ਹੈ ਭੇਦਵਾਦੀ, ਇੱਕ ਸੁਭਾਅ ਹੁੰਦਾ ਹੈ ਅਭੇਦਵਾਦੀ। ਭੇਦਵਾਦੀ ਹੋਇਆ ਕਰਦੇ ਨੇ, ਕੋਈ ਨਾ ਕੋਈ ਵੇਖਣੀ ਹੈ ਵੀ ਇੱਥੇ ਇੱਕ ਤਰੇੜ ਹੈ, ਇਹਦੇ 'ਚ ਫਲ ਠੋਕ ਦਿਓ, ਪਾੜ ਦਿਓ। ਉਹ ਭੇਦਵਾਦੀ ਹੁੰਦੇ ਹੈ। ਅਭੇਦਵਾਦੀ ਹੁੰਦੇ ਨੇ ਜਿਹੜੇ ਜੋੜਨ ਵਾਲੇ ਹੁੰਦੇ ਨੇ, ਉਹ ਅਭੇਦਵਾਦੀ ਹੁੰਦੇ ਹੈ। ਸਤਿਗੁਰੂ ਜੀ ਨੇ ਗੁਰਸਿੱਖ ਨੂੰ ਅਭੇਦਵਾਦੀ ਬਣਾਇਆ, ਭੇਦਵਾਦੀ ਨਹੀਂ। ਭੇਦਵਾਦੀਆਂ ਦਾ ਕੰਮ ਵਿਛੋੜਨਾ, ਫਾੜਕ ਪਾਟਕ ਪਾਉਣਾ। ਜਿਹਨੂੰ ਗੁਰਸਿੱਖੀ ਦੇ ਮਤ ਦੇ ਸਿਧਾਂਤ ਦਾ ਪਤਾ ਹੀ ਨਹੀਂ, ਗੁਰਸਿੱਖੀ ਦਾ ਮਤ, ਗੁਰਸਿੱਖੀ ਦੇ ਸਿਧਾਂਤ ਦਾ ਪਤਾ ਹੀ ਨਹੀਂ, ਨਾ ਆਪ ਸਿੱਖੀ ਧਾਰਨ ਕੀਤੀ, ਤੇ ਫਿਰ ਕਹਿਣਾ ਕੀ ਹੈ ਵੀ ਨਹੀਂ ਜੀ ਇਹ ਤਾਂ ਉਹਦੇ ਫਲਾਣੇ ਦੇ ਵਰਖਲਾਪ ਹੈ, ਉਹਦੇ ਵੱਡ ਹੈ ਜੀ, ਉਹਦੇ ਵਰਖਲਾਪ ਗੱਲ ਕਰ ਦਿੱਤੀ ਹੈ, ਠੋਕ ਦਿਓ ਫਾੜ, ਕਰ ਦਿਓ ਪਾੜ ਫੈਨਾ ਸ਼। ਉਹ ਤੁਹਾਨੂੰ ਸਿੱਖੀ ਦੇ ਸਿਧਾਂਤ ਦਾ ਹੀ ਨਹੀਂ ਪਤਾ, ਸਿੱਖੀ ਦਾ ਇਤਿਹਾਸ ਨਹੀਂ ਜਾਣਦੇ, ਤੁਸੀਂ ਕਹਿ ਕੀ ਸਕਦੇ ਹੋ ਸਿੱਖ ਮਤ ਨੂੰ। ਤੋ ਰਹੋ ਵਿਚਾਰ, ਮੈਂ ਬਾਹਰ ਨਾ ਨਿਕਲ ਜਾਵਾਂ। ਤਾਂ ਤੇ ਗੁਰੂ ਸਾਨੂੰ ਭੇਦਵਾਦਤਾ ਸਿਖਾਉਂਦਾ ਹੈ। ਭਾਈ ਸਾਡਾ ਮੁੱਢ ਇੱਕ ਹੀ ਹੈ। ਰੁੱਖ ਦੇ ਟਾਹਣੇ ਬਹੁਤ ਹੁੰਦੇ ਹੈ, ਕਈ ਟਾਹਣੇ ਬਣ ਜਾਂਦੇ ਨੇ, ਉਹ ਟਾਹਣਿਆਂ ਤੋਂ ਅੱਗੇ ਟਾਹਣੀਆਂ ਬਹੁਤ ਹੋ ਜਾਂਦੀਆਂ ਨੇ। ਟਾਹਣੀਆਂ ਦੇ ਨਾਲ ਪੱਤਿਆਂ ਦੀ ਤੇ ਗਿਣਤੀ ਹੋਈ ਕੋਈ ਨਹੀਂ ਰਹਿੰਦੀ ਕਿੰਨੇ ਹੈ, ਕਿੰਨੇ ਫੁੱਲ ਖਿੜਦੇ ਨੇ, ਕਿੰਨੇ ਫਿਰ ਫਲ ਲੱਗਦੇ ਨੇ। ਉਸ ਰੁੱਖ ਨੂੰ ਜਿੰਨੇ ਫੁੱਲ ਖਿੜਦੇ ਨੇ, ਫਲ ਲੱਗਦੇ ਨੇ, ਸਾਰਿਆਂ ਫਲਾਂ ਦੇ ਵਿੱਚ ਆਖਰ ਬੀਜ ਰੂਪ ਉਹੀ ਹੋਇਆ ਕਰਦੇ, ਇੱਕੋ ਹੀ ਬੀਜ। ਜਿਸ ਬੀਜ ਤੋਂ ਰੁੱਖ ਪੈਦਾ ਹੋਇਆ, ਉਹ ਬੀਜ ਫਲ ਵਿੱਚ ਜਾ ਕੇ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਇੱਕ ਹੈ। ਮਹਾਂਪੁਰਖ ਸਿੱਧਾ ਜਿਹਾ ਇੱਕ ਸਿਧਾਂਤ ਦਿੰਦੇ ਹੁੰਦੇ, ਕਹਿੰਦੇ ਜ਼ਿਮੀਂਦਾਰ ਦਾ ਖੇਤ ਹੈ 2 ਕਿੱਲੇ ਦਾ, 4 ਕਿੱਲੇ ਦਾ। ਉਹ ਖੇਤ ਨੂੰ ਉਸਨੇ ਪਾਣੀ ਲਾਉਣਾ। ਉਹ ਪਾਣੀ ਲਾਉਣ ਵਾਸਤੇ ਉਹਦੇ ਵਿੱਚ ਵੱਟਾਂ ਪਾ ਲੈਂਦਾ ਹੈ, ਖਾਲ ਪਾ ਲੈਂਦਾ। ਕਿਆਰਿਆਂ 'ਚ ਵੀ ਵੱਟਾਂ ਪਾ ਕੇ ਜੀ ਇੱਕੋ ਜਿਹਾ ਪਾਣੀ ਨਹੀਂ ਜਾਂਦਾ, ਤੇ ਕਿਤੇ ਪਾਣੀ ਨੂੰ ਰੋਕ ਲੈਂਦਾ, ਕਿਤੇ ਪਾਸਿਓਂ ਛੱਡ ਲੈਂਦਾ ਉਸ ਨੂੰ। ਉਹਨੂੰ ਕਹਿ ਦਿੰਦਾ ਜ਼ਿਮੀਂਦਾਰ ਵੀ ਇਹਦੇ 'ਚ ਤੋੜੀ ਲਾਤੀ, ਦੰਦੀ ਲਾਤੀ, ਉਹ ਨਾਲ ਫਿਰ ਸਾਰਾ ਕਿਆਰਾ ਵਧੀਆ ਭਰ ਜਾਂਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਨੇ, ਪਰਮੇਸ਼ਰ ਨੇ ਜੈਸੇ ਜੈਸੇ ਵੱਖ ਵੱਖ ਇਲਾਕੇ, ਇਹ ਵਾਹਿਗੁਰੂ ਨੇ ਇੱਕ ਵੱਟਾਂ ਪਾਤੀਆਂ, ਲੇਕਿਨ ਪਾਣੀ ਲਾਉਣ ਵਾਲਾ ਉਹ ਇੱਕੋ ਹੀ ਹੈ। ਭਾਵੇਂ ਉਹ ਇਸਲਾਮ ਮਤ ਹੈ, ਭਾਵੇਂ ਉਹ ਸਨਾਤਨ ਮਤ ਹੈ, ਚਾਹੇ ਕੋਈ ਹੋਰ ਬੁੱਧ ਆਦਿਕ ਮਤ ਹੈ, ਤੇ ਹੈ ਇੱਕੋ ਹੀ। ਸਭ ਦੇ ਵਿੱਚ ਪਾਣੀ ਤੇ ਇੱਕ ਨਾਮ ਹੀ ਹੈ, ਪਾਣੀ ਨਾਮ ਹੀ ਹੈ। ਇਸੇ ਨੇ ਸਾਰਿਆਂ ਨੂੰ ਫਲ ਦੇਣਾ, ਇਸੇ ਨੇ ਸਭ ਨੂੰ ਸਰ ਸਬਜ਼ ਕਰਨਾ ਹੈ। ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੇਮੁਖ ਹੋਏ RAM ਤੇ, ਇੱਥੇ RAM ਭਾਵ ਕੇਵਲ ਰਾਮਚੰਦਰ ਦਾ ਨਹੀਂ। ਸਨਾਤਨ ਮਤ ਦੇ ਵਿੱਚ ਪਰਸ਼ੁਰਾਮ ਨੂੰ ਵੀ RAM ਸ਼ਬਦ ਵਰਤਿਆ। ਕ੍ਰਿਸ਼ਨ ਦਾ ਇੱਕ ਭਰਾ ਸੀ, ਉਹਨੂੰ ਬਲਰਾਮ ਕਹਿੰਦੇ ਸੀ, ਉਹਨੂੰ ਵੀ RAM ਸ਼ਬਦ ਵਰਤੇ। ਦਸ਼ਰਥ ਦਾ ਪੁੱਤਰ ਸੀ ਰਾਜਾ ਰਾਮਚੰਦ, ਉਸ ਨੂੰ ਵੀ RAM ਸ਼ਬਦ ਵਰਤੇ। RAM ਇੱਕ ਹੈ ਕਿਤੇ, RAM ਅਨੇਕਾਂ ਨੇ, ਪਰ ਗੁਰਬਾਣੀ ਵਿੱਚ ਜਿੱਥੇ RAM ਵਰਤਦੇ ਨੇ ਸਤਿਗੁਰੂ ਜੀ, ਰਮਣ ਰੂਪ ਤੇ RAM ਕਹਾਇਓ। ਰਮੇ ਹੋਏ ਨੂੰ RAM ਕਹਿੰਦੇ ਹਨ, ਭਾਵ ਵਾਹਿਗੁਰੂ ਪਰਮੇਸ਼ਰ। ਉਹ ਵਾਹਿਗੁਰੂ ਦੇ ਪਰਮੇਸ਼ਰ ਤੇ ਨਾਮ ਤੋਂ ਭੁੱਲਣਾ ਕਰਕੇ ਵੇਮੁਖ ਹੋਏ RAM ਤੇ, ਵੇਮੁਖ ਹੋ ਗਏ, ਮੁਖ ਮੋੜ ਗਏ ਉਸ ਵਾਹਿਗੁਰੂ ਦੇ ਨਾਮ ਤੋਂ।
ਫਿਰ ਕੀ ਹੁੰਦਾ ਹੈ? ਲੱਗਨ ਜਨਮ ਵਿਜੋਗ। ਇਹਨਾਂ ਵਿਜੋਗ ਦਾ ਸਿੱਧਾ ਅਰਥ ਦੁੱਖ ਵੀ ਕਰਦੇ ਹੈ, ਤੇ ਅਖਰੀ ਅਰਥ ਵਿਜੋਗ ਦਾ ਹੈ ਵਿਛੋੜਾ, ਵਿਛੋੜੇ ਦਾ ਦੁੱਖ। ਇੱਕ ਜਨਮ ਦਾ ਨਹੀਂ, ਇਹਨੇ ਜਨਮਾਂ ਦਾ ਵਿਛੋੜਾ ਕਿ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਇਹਨੇ ਜਨਮ ਸਾਡੇ ਵਿਛੜਿਆਂ ਨੂੰ ਹੋ ਗਏ। ਇਹ ਵਿਜੋਗ, ਇਹਨਾਂ ਵਿਜੋਗ ਵਿਛੋੜੇ ਦਾ ਦੁੱਖ ਹੁੰਦਾ, ਮਿਲਣਾ ਬੜਾ ਔਖਾ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਹਾਂ, ਪੂਰਬਲੇ ਸੰਜੋਗ ਹੋਣੇ ਕਰਕੇ ਸਾਡਾ ਜਿਹੋ ਜਿਹਾ ਕਿਸੇ ਨਾਲ ਸੰਬੰਧ ਸੀ, ਉਹ ਜਿਹੇ ਇੱਥੇ ਮਿਲਾਪ ਹੋਇਆ। ਕਿਸੇ ਦਾ ਰਿਸ਼ਤੇਦਾਰ ਸੰਬੰਧੀਆਂ 'ਚ ਹੋ ਗਿਆ, ਕਿਸੇ ਦਾ ਪੁੱਤਰ ਧੀਆਂ ਨਾਲ ਹੋ ਗਿਆ, ਕਿਸੇ ਦਾ ਕਿਵੇਂ ਹੋ ਗਿਆ, ਲੇਕਿਨ ਸਹਾਇਕ ਕੋਈ ਨਹੀਂ ਹੈ ਇਹਨਾਂ ਤੋਂ। ਲੱਗਣ ਜਨਮ ਵਿਜੋਗ, ਜਨਮਾਂ ਜਨਮਾਂਤਰਾਂ ਦੇ ਵਿਛੋੜੇ ਲੱਗ ਜਾਂਦੇ ਹਨ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਪਦਾਰਥਾਂ ਦੇ ਭੋਗ ਸੁਖ, ਮਾਇਆ ਦੁਆਰਾ ਹੀ ਪਹਿਨਣ ਦਾ ਸੁਖ ਮਿਲਦਾ ਹੈ, ਮਾਇਆ ਦੁਆਰਾ ਹੀ ਛਕਣ ਛਕਾਉਣ ਦਾ ਸੁਖ ਮਿਲਦਾ ਹੈ। ਇਹ ਸਾਰੇ ਭੋਗ 'ਚ ਹੀ ਹਨ। ਤੇ ਜਿਹੜਾ ਰਿਸ਼ਤਿਆਂ ਦਾ ਸੰਬੰਧ ਹੈ ਪਤੀ ਸਤੀ ਦਾ, ਇਹ ਵੀ ਭੋਗ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਮਾਇਆ ਦੇ ਭੋਗ ਨੇ ਨਾ, ਸੁਖ ਆਨੰਦ ਨੇ, ਇਹ ਸਾਰੇ ਹੀ ਖਿਨਮੈ ਕੌੜੇ ਹੋਏ ਨੇ। ਜਦੋਂ ਉਹ ਖਿਨ ਆਉਂਦਾ, ਉਹ ਸਮਾਂ ਆਉਂਦਾ, ਉਸ ਵੇਲੇ ਕੌੜੇ ਕੜਤਣ ਵਾਲੇ ਹੋ ਜਾਂਦੇ ਹੈ। ਕੌੜੇ ਕਹੀਏ ਦੁਖਦਾਈ ਹੋ ਜਾਂਦੇ ਨੇ। ਜਿੰਨੇ ਵੀ ਇਹ ਮਾਇਆ ਦੇ ਭੋਗ ਹਨ, ਸੁਖ ਆਨੰਦ ਮਾਣਦਾ ਹੈ, ਇਹਦੇ ਵਿੱਚ ਫਸ ਕਰਕੇ ਉਸ ਰਾਮ ਤੋਂ ਵਿਛੋੜਾ ਪਾ ਲੈਂਦਾ, ਰੱਬ ਨੂੰ ਭੁੱਲ ਜਾਂਦਾ, ਉਹਦਾ ਭੁੱਲ ਜਾਂਦਾ, ਉਹ ਨਹੀਂ ਯਾਦ ਰਹਿੰਦਾ। ਕਿਉਂ? ਇਹ ਜੀ ਸਾਡਾ ਤਾਂ ਕੰਮ ਹੀ ਇਹੋ ਜਿਹਾ, ਸਾਡੇ ਕੋਲ ਤੇ ਟਾਈਮ ਹੀ ਨਹੀਂ ਹੈ ਵੀ ਇਹ ਟਾਈਮ ਤਾਂ ਸਾਰਾ ਦਿੱਤਾ ਹੋਇਆ ਅਸੀਂ ਗੁਰਦੁਆਰੇ ਵਾਲਿਆਂ ਨੂੰ ਵੀ ਵਿਹਲੇ ਹੈ ਇੱਥੇ ਕੰਮ ਕਰਨ, ਅਸੀਂ ਤਾਂ ਕਾਮੇ ਬੰਦੇ ਹੁੰਦੇ ਹਾਂ। ਪਰਮੇਸ਼ਰ ਨੇ, ਵਾਹਿਗੁਰੂ ਨੇ ਕਿਸੇ ਨੂੰ ਇਹ ਨਹੀਂ ਲਾਇਆ ਹੈ, ਸਭ ਨੂੰ ਹੀ ਵਾਹਿਗੁਰੂ ਨੇ ਜ਼ਿੰਦਗੀ ਦਿੱਤੀ ਹੈ। ਸਭ ਨੂੰ ਆਖਿਆ ਕਿ ਭਾਈ ਇੱਕ ਵਾਰ ਉਹ ਭਗਤ ਜੀ, ਭਗਤਾਂ ਦਾ ਭਗਤਾਂ ਨਾਲ ਮਿੱਤਰਤਾ ਹੀ ਹੁੰਦੀ ਹੈ। ਕਦੇ ਨਾਮਦੇਵ ਜੀ ਤਲੋਚਨ ਕੋਲੇ, ਕਦੇ ਤਲੋਚਨ ਨਾਮਦੇਵ ਜੀ ਕੋਲੇ ਮਿਲਦੇ ਗਿਲਦੇ ਰਹਿੰਦੇ, ਵਿਚਾਰਾਂ ਕਰਦੇ ਰਹਿੰਦੇ ਵਾਹਿਗੁਰੂ ਦੀਆਂ। ਤੇ ਇੱਕ ਦਿਨ ਤੇ ਤਲੋਚਨ ਜੀ ਆਏ ਤੇ ਭਗਤ ਜੀ ਨੂੰ ਨਾਮਦੇਵ ਜੀ ਆਪਣੇ ਜੁੜੇ ਹੋਏ ਸਨ ਤੇ ਕਿਰਤ ਵੀ ਕਰ ਰਹੇ ਸਨ ਤੇ ਰੱਬ ਦਾ ਨਾਮ ਵੀ ਜਪ ਰਹੇ ਸਨ। ਤੇ ਤਲੋਚਨ ਜੀ ਆ ਕੇ ਖੜੋ ਗਏ। ਨਾਮਦੇਵ ਜੀ ਨੇ ਉਧਰ ਧਿਆਨ ਹੀ ਨਾ ਕੀਤਾ ਵੀ ਕੋਈ ਆਇਆ ਵੀ ਏ, ਤੇ ਆਪਣੇ ਕਿਰਤ ਵਿੱਚ ਜੁਟੇ ਰਹੇ, ਰੱਬ ਦੇ ਵਿੱਚ ਧਿਆਨ ਜੁੜਿਆ ਹੋਇਆ ਕਰੀ ਜਾਂਦੇ ਹੈ। ਤੇ ਤਲੋਚਨ ਨੇ ਬਚਨ ਕਿਹਾ, ਕਹਿੰਦਾ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਛੀ ਪਹੁੰਚਾਏ ਲੈ ਰਾਮ ਨ ਜਪ ਲਾਵਹੁ ਚੀਤ। ਤਲੋਚਨ ਕਹਿੰਦਾ ਨਾਮ ਦੇਵਤਾ ਵੇ ਮੋਹ ਲਿਆ ਮਾਇਆ ਨੇ, ਇਹਦਾ ਤਾਂ ਧਿਆਨ ਹੀ ਨਹੀਂ ਨਿਕਲਦਾ, ਇਥੇ ਬਸ ਇਹ ਕੰਮ 'ਚ ਹੀ ਲੱਗਿਆ ਪਿਆ। ਸਿਉਂ ਲਿਆ ਕੱਪੜੇ, ਸਿਉਂ ਲੋ ਮਾਇਆ ਲੈ ਲੋ, ਬਸ ਆਹੀ ਕੰਮ ਹੈ, ਹੋਰ ਕੀ ਹੈ। ਉਹ ਕਹਿੰਦੇ ਤੂੰ ਰੱਬ ਦਾ ਨਾਂ ਨਹੀਂ ਜਪਦਾ, ਛਾਏ ਲੈ ਮਾਇਆ ਲੈਣ ਵਾਸਤੇ ਇਹਦੇ 'ਚ ਹੀ ਲੱਗਿਆ ਪਿਆ। ਫਿਰ ਨਾਮਦੇਵ ਜੀ ਕਹਿੰਦੇ ਭਗਤ ਜੀ, ਤਲੋਚਨ ਜੀ, ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸਮਾਲ,
ਹੱਥ ਪਾਉ ਸਭ ਕਾਮ ਕਰ ਚੀਤ ਨਿਰੰਜਨ ਨਾਲ। ਨਾਮਦੇਵ ਜੀ ਕਹਿੰਦੇ ਉਹ ਤਲੋਚਨਾ ਹੱਥ ਪੈਰ ਵਾਹਿਗੁਰੂ ਨੇ ਕੰਮ ਕਰਨ ਵਾਸਤੇ ਹੀ ਦਿੱਤੇ ਨੇ, ਪੇਟ ਪੂਰਤੀ ਵਾਸਤੇ ਇਹਨਾਂ ਨਾਲ ਕੰਮ ਕਰ, ਪਰ ਚੀਤ ਨਿਰੰਜਨ ਨਾਲ ਚਿੱਤ ਨੂੰ ਵਾਹਿਗੁਰੂ ਦੇ ਨਾਲ ਜੋੜ। ਜੇ ਚਿੱਤ ਵਾਹਿਗੁਰੂ ਨਾਲ ਜੁੜਿਆ ਹੋਵੇ ਤੇ ਫਿਰ ਡੀਜੇ ਲਾ ਕੇ ਧਮਾਲਾਂ ਪਾਵੇ। ਵਾਹਿਗੁਰੂ ਨਾਲ ਨਹੀਂ ਜੁੜਿਆ। ਹੁਣ ਤੇ ਅਸੀਂ ਇਹ ਜਾਣਿਆ ਵੀ ਅਰਦਾਸ ਗੁਰਦੁਆਰੇ ਕਰਾ ਜਾਂਦੀ ਸੀ ਵੀ ਵਿਆਹ ਰੱਖੇ, ਤੇ ਹੁਣ ਵਿਆਹ 'ਚ ਤੇ ਸਾਨੂੰ ਰੱਬ ਦੀ ਲੋੜ ਹੀ ਕੋਈ ਨਹੀਂ। ਫਿਰ ਰਾਹ ਵੀ ਰੁਕ ਜਾਂਦੇ ਐ। ਜਿੰਨੀਆਂ ਧਮਾਲਾਂ ਡੀਜੇ ਪਾਉਂਦੇ ਉਦੋਂ ਵੱਧ ਫਿਰ ਤਾੜੀਆਂ ਮਾਰਨ ਵਾਲੇ ਤੇ ਸਿਰ ਤੇ ਬਾਲ ਕਿਸੇ ਦੇ ਬੰਨੇ ਹੀ ਨਹੀਂ ਹੈ। ਕਦੇ ਇਹ ਹੁੰਦਾ ਸੀ ਬੀਬੀ ਦਾ ਸਿਰ ਨੰਗਾ ਹੋ ਗਿਆ ਬਈ ਕੇਸ ਖੁੱਲਿਆ, ਕੋਈ ਭਾਣਾ ਵਰਤ ਗਿਆ, ਤੇ ਹੁਣ ਤੇ ਕੇਸ ਗੁੰਦੇ ਹੀ ਨਹੀਂ ਦੀਦੇ ਕਿਤੇ। ਪਤਾ ਨਹੀਂ ਕੀ ਵਾਹਿਗੁਰੂ ਦਾ ਭਾਣਾ ਵਰਤਿਆ ਹੋਇਆ। ਚਿੱਤ ਰੱਬ ਤੇ ਯਾਦ ਹੀ ਕੋਈ ਨਹੀਂ ਸਾਨੂੰ ਕਿਹੜਾ ਹੈ। ਤੇ ਫਿਰ ਪੇਟੀਆਂ ਦੀਆਂ ਪੇਟੀਆਂ ਹੀ ਯਾਦ ਨੇ, ਗੁਰੂ ਕੋਈ ਯਾਦ ਨਹੀਂ। ਕਹਿੰਦੇ ਜੀ ਦੇਖੋ ਆਪਾਂ ਪਹਿਲਾਂ ਨਾ ਤੇ ਉਹ ਦਿਨ ਤੇ ਫਿਰ ਤੁਹਾਨੂੰ ਪਤਾ ਹੈ ਵੀ ਉਹ ਦਿਨ ਲੋਹੜੀ ਹੈ, ਆਪਾਂ 2 ਦਿਨ ਪਹਿਲਾਂ ਹੀ ਭੋਗ ਪਾ ਦੇਣਾ। ਕਿਉਂ? ਫਿਰ ਰਿਸ਼ਤੇਦਾਰਾਂ ਨੇ ਆਉਣਾ। ਇਹ ਪਤਾ ਹੈ ਵੀ ਹੁਣ ਭੂਤ ਨੇ ਬਣਨਾ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾਂ ਦਾ ਸਿਕਦਾਰ, ਅਸੀਂ ਜਿੰਨ ਬਣਨਾ। ਫਿਰ ਇਸ ਕਰਕੇ ਕਹਿੰਦੇ ਅਸੀਂ ਮਹਾਰਾਜ ਦਾ ਸਤਿਕਾਰ ਕਰਦੇ ਹਾਂ। ਕਿਉਂ? ਜਦੋਂ ਮਾਰੇ ਪਹਿਲੇ ਘਰੇ ਲਿਆਓ, ਭੋਗ ਪਾ ਲਓ, ਮਗਰ ਉਹਦੀ ਕੰਡ ਲਾ ਦਿਓ ਪੇਟੀਆਂ ਲਿਆ ਕੇ। ਰੱਬ ਯਾਦ ਹੈ ਸਾਡੇ? ਕੋਈ ਰੱਬ ਯਾਦ ਨਹੀਂ। ਫਿਰ ਸ਼ਬਦ ਉਹ ਪੜ੍ਹਦੇ ਨੇ ਵੀ ਨਾਮਦੇਵ ਨੇ ਕਿਹਾ ਕੰਮ ਕਰੋ ਜੀ, ਚਿੱਤ ਲਾਓ ਰੱਬ ਨਾਲ, ਚਿੱਤ ਲੱਗ ਜੂ ਸਾਡਾ। ਰੱਬ ਤੇ ਯਾਦ ਹੀ ਕੋਈ ਨਹੀਂ ਹੈ। ਉਹ ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੇ ਮਾਇਆ ਦੇ ਭੋਗ ਭੋਗਦੇ ਨਾ ਕੜਤਣ ਵਾਲੇ ਦੁੱਖ ਵਾਲੇ ਹੁੰਦੇ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼। ਕਹਿੰਦੇ ਜੇ ਕਹੇ ਇੱਥੇ ਤਾਂ ਬਥੇਰੇ ਵਿਚੋਲੇ ਬਣ ਜਾਂਦੇ ਐ। ਮੈਂ ਦਿਨਾਂ ਜੀ ਗਵਾਹੀ ਇਹਦੀ, ਬੜੀਆਂ ਗਵਾਹੀਆਂ ਵਾਲੇ ਆ ਜਾਂਦੇ ਐ, ਤੇ ਵੋਟਾਂ ਵਾਲੇ ਤਾਂ ਹਰੇਕ ਦੀ ਗਵਾਹੀ ਦੇਣ ਨੂੰ ਤਿਆਰ ਹੀ ਹੈ ਜੀ। ਸਾਡੇ ਪਿੰਡ ਦਾ ਜੀ ਮੈਂ ਗਵਾਹੀ ਦੇਣਾ, ਹੁਣ ਛੱਡੋ ਇਹਨੂੰ ਬਸ। ਸਤਿਗੁਰੂ ਜੀ ਕਹਿੰਦੇ ਉਦੋਂ ਨਹੀਂ ਕੋਈ ਮਿਲਣਾ। ਵਿੱਚ ਨਾ ਕੋਈ ਕਰ ਸਕੈ, ਕੋਈ ਵਿਚੋਲਗੀ ਨਹੀਂ ਕਰ ਸਕੇਗਾ। ਫਿਰ ਰੋਜ਼ ਹਮੇਸ਼ਾ ਵਾਸਤੇ ਕਿਹਦੇ ਕੋਲੇ ਰੋਵੇਂਗਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਧੁਰ ਤੋਂ ਇਹ ਸੰਜੋਗ ਕਹੀਏ ਲੇਖ, ਕਾਤਿਕ ਕਿਰਤ ਭਇਆ, ਲੇਖ ਪੈ ਗਿਆ। ਧੁਰ ਤੋਂ ਹੀ ਇਹ ਲੇਖ ਪਿਆ। ਹੁਣ ਕੋਈ ਕੀਤਾ ਹੋਇਆ ਕੁਛ ਵੀ ਨਹੀਂ ਹੋਣਾ ਹੈ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਬਿਯੋਗ। ਹਾਂਜੀ, ਜੇ ਕਿਤੇ ਗੁਰੂ ਵਾਲਾ ਬਣ ਕੇ ਤੇ ਫਿਰ ਵੱਡ ਭਾਗੀ ਬਣ ਜਾਵੇ। ਗੁਰਸਿੱਖ ਵੱਡ ਭਾਗੀ ਹੈ, ਗੁਰੂ ਤੋਂ ਨਿਗੋਰਾ ਪੁਰਖ ਵੱਡ ਭਾਗੀ ਨਹੀਂ ਹੋ ਸਕਦਾ। ਇਹ ਨਾ ਜਾਣ ਲੈਣਾ ਵੀ ਬਥੇਰੀ ਮਾਇਆ ਵੱਡੇ ਭਾਗਾਂ ਵਾਲੇ। ਨਾ ਨਾ ਨਾ, ਵੱਡ ਭਾਗੀ ਤਾਂ ਗੁਰੂ ਦਾ ਸਿੱਖ ਹੀ ਹੋ ਸਕਦਾ ਹੈ, ਕਿਉਂਕਿ ਗੁਰੂ ਆਦੇਸ਼ ਅਨੁਸਾਰ ਹੀ ਵੱਡ ਪੁਣਾ ਟੁੱਟਦਾ ਹੈ। ਵੱਡ ਭਾਗੀ ਵੱਡਾ ਪੁਣਾ ਟੁੱਟ ਜਾਵੇ, ਨਿਮਰਤਾ ਆ ਜਾਵੇ, ਫੇਰ ਹੀ ਪ੍ਰਭ ਮਿਲੇ। ਫੇਰ ਵੇ ਸਾਰੇ ਹੀ ਵਿਯੋਗ ਵਿਛੋੜੇ ਉਤਰ ਜਾਂਦੇ ਨੇ। ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਤਾਤੇ ਬੇਨਤੀ ਕਰੀਏ ਮੇਰੇ ਸਾਹਿਬ ਬੰਦੀ ਮੋਚ। ਹੇਰੇ ਬੰਧਨਾਂ ਨੂੰ ਛਡਾਉਣ ਵਾਲੇ, ਬੰਧਨਾਂ ਨੂੰ ਤੋੜਨ ਵਾਲੇ ਵਾਹਿਗੁਰੂ ਕਿਰਪਾ ਕਰ, ਤੇਰੇ ਦਾਸ ਹਾਂ, ਸਿੱਖ ਕਹਾਉਂਦੇ ਐ ਮਹਾਰਾਜ, ਮੈਨੂੰ ਕਿਰਪਾ ਕਰਕੇ ਰੱਖ ਲਓ, ਬਚਾ ਲਓ। ਦੇਖੋ ਸਤਿਗੁਰੂ ਜੀ ਨੇ ਸ਼ਬਦ ਕੱਤੇ ਦੇ ਮਹੀਨੇ ਦਾ, ਤੇ ਦੀਵਾਲੀ ਵੀ ਬੰਦੀ ਛੋੜ ਦਿਵਸ ਵੀ ਕੱਤੇ ਦੇ ਮਹੀਨੇ ਵਿੱਚ ਹੀ ਆਉਂਦਾ। ਇਸ ਕਰਕੇ ਮੈਨੂੰ ਬਖਸ਼ ਲੈ ਵਾਹਿਗੁਰੂ, ਕਿਰਪਾ ਕਰ, ਤੂੰ ਬੰਦੀ ਛੋੜ ਹੈ ਜੀ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਹਾਂਜੀ, ਕੱਤੇ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਐ। ਜੰਮਣ ਮਰਨ ਵਾਲੀਆਂ ਸੋਚਾਂ, ਵਿਛੋੜੇ ਦੇ ਦੁੱਖਾਂ ਦੀਆਂ ਸੋਚਾਂ ਸਾਰੀਆਂ ਹੀ ਨਾਸ਼ ਹੋ ਜਾਣਗੀਆਂ ਭਾਈ। ਕਤਕ ਹੋਵੇ ਸਾਧ ਸੰਗ,
ਅਗਰ ਸਤ ਸੰਗਤ ਕਰ ਲਈਏ ਤਾਂ ਫਿਰ ਸਾਰੀਆਂ ਹੀ ਸੋਚਾਂ, ਦੁੱਖ ਦੇ ਵਿਛੋੜੇ, ਸਾਰੇ ਹੀ ਫਿਕਰ ਮਿਟ ਜਾਂਦੇ ਹਨ। ਸਮਾਂ ਸਮਾਪਤ ਹੈ। ਸ਼ਬਦ ਦੀ ਵਿਚਾਰ ਤਾਂ ਜਿੰਨੀ ਕੁ ਬੁੱਧੀ ਉਨੀ ਕੀ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਦਾ ਸਿਧਾਂਤ ਸ਼ਬਦ ਨਾਲ ਜੁੜ ਜਾਈਏ, ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਅਨੇਕ ਪ੍ਰਕਾਰ ਦੀਆਂ ਦਾਸ਼ਰੇ ਦੀਆਂ ਭੁੱਲਾਂ ਮਾਫ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨ, ਆਉਣ ਵਾਲਾ ਸਾਡਾ ਕੱਤੇ ਦਾ ਮਹੀਨਾ ਸੁਖ ਆਨੰਦ ਨਾਲ, ਗੁਰੂ ਨਾਲ ਜੁੜ ਕਰਕੇ ਬਤੀਤ ਹੋਵੇ। ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਹੋਣ। ਭੁੱਲਾਂ ਖਿਮਾ ਕਰ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।